ਇਸੇ ਤਰ੍ਹਾਂ ਕਈ ਵਾਰ ਜਦੋਂ ਸਾਨੂੰ ਬਾਣੀ ਵਿੱਚ ਸਮਝਣ ਵਿੱਚ ਔਖਾਈ ਹੁੰਦੀ ਹੈ, ਉਸ ਵਕਤ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਸਾਡੇ ਲਈ ਕੁੰਜੀ ਦਾ ਕੰਮ ਕਰਦੀਆਂ ਨੇ। ਇਹੀ ਕਾਰਨ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਕਈ ਸਿੱਖਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ ਹੈ। ਔਰ ਸਭ ਤੋਂ ਵੱਡੀ ਗਵਾਹੀ ਜਿਹੜੀ ਸਾਨੂੰ ਇਤਿਹਾਸਕ ਤਲ ਤੇ ਮਿਲਦੀ ਉਹ ਇਹ ਮਿਲਦੀ ਹੈ ਕਿ ਪੰਥ ਅੰਦਰ ਇੱਕ ਬੜਾ ਲੰਮਾ ਸਮਾਂ ਇਹ ਵਿਚਾਰ ਚਰਚਾ ਚੱਲਦੀ ਰਹੀ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ ਜਦੋਂ ਸਤਿਗੁਰੂ ਜੀ ਇਹਨਾਂ ਪ੍ਰਚਾਰ ਦੌਰਿਆਂ ਤੇ ਗਏ ਨੇ, ਉਸ ਵਕਤ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਕਿੰਨੇ ਸਿੱਖ ਸਨ। ਅਸੀਂ ਬੜੇ ਲੰਮੇ ਸਮੇਂ ਤੱਕ ਭਾਈ ਮਰਦਾਨਾ ਤੇ ਭਾਈ ਬਾਲੇ ਦੀ ਗੱਲ ਕਰਦੇ ਆਏ ਹਾਂ। ਅੱਜ ਵੀ ਕਈ ਸਿੱਖ ਕਰਦੇ ਨੇ, ਪਰ ਜਦੋਂ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ, ਜੋ ਬਿਲਕੁਲ ਆਥੈਂਟਿਕ ਪ੍ਰਮਾਣ ਹੈ ਸਾਡੇ ਸਾਹਮਣੇ, ਇਸ ਤੋਂ ਵੱਡੀ ਕੋਈ ਗਵਾਹੀ ਨਹੀਂ ਹੈਗੀ ਸਾਧ ਸੰਗਤ, ਕੋਈ ਗਵਾਹੀ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਅੰਦਰ ਸਿਰਫ ਭਾਈ ਮਰਦਾਨੇ ਦਾ ਜ਼ਿਕਰ ਕੀਤਾ ਹੈ, ਬਾਲੇ ਦਾ ਜ਼ਿਕਰ ਨਹੀਂ ਕੀਤਾ। ਇਹਦਾ ਮਤਲਬ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਇਹਨਾਂ ਪ੍ਰਚਾਰ ਦੌਰਿਆਂ ਤੇ ਸਿਰਫ ਭਾਈ ਮਰਦਾਨਾ ਜੀ ਸਨ। ਔਰ ਦੂਜਾ ਪ੍ਰਮਾਣ ਸਾਨੂੰ ਬਾਣੀ ਦੇ ਅੰਦਰੋਂ ਵੀ ਮਿਲ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਅੰਦਰ ਦੋ ਸ਼ਬਦ ਸਾਨੂੰ ਮਿਲਦੇ ਨੇ, ਜਿਹੜੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਸ਼ਬਦ ਜਿਹੜਾ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਸੰਬੋਧਨ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਹਾਲਾਂਕਿ ਉਹਦੇ ਬਾਬਤ ਕਈ ਸੱਜਣੇ ਕਹਿੰਦੇ ਨੇ ਵੀ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਰਜ ਕੀਤਾ ਹੈ, ਪਰ ਉਹ ਸ਼ਬਦ ਭਾਈ ਮਰਦਾਨਾ ਜੀ ਦਾ ਉਚਾਰਨ ਕੀਤਾ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਿਹੜੇ ਭਾਈ ਮਰਦਾਨਾ ਜੀ ਦੀ ਬਾਣੀ ਮੰਨਦੇ ਨੇ, ਉਹ 36 ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਗਿਣਦੇ ਨੇ, ਤੇ ਜਿਹੜੇ ਭਾਈ ਮਰਦਾਨੇ ਨੂੰ ਸਿਰਫ ਉਚਾਰਨ ਕਰਤਾ ਮੰਨਦੇ ਨੇ, ਭਾਵ ਭਾਈ ਮਰਦਾਨੇ ਨੇ ਕੋਈ ਵਿਚਾਰ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਰੱਖੀ, ਉਹਨਾਂ ਸ਼ਬਦਾਂ ਨੂੰ ਅਮਲੀ ਜਾਮਾ ਦੇ ਕੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਸੰਬੋਧਨ ਹੋ ਕੇ ਸ਼ਬਦ ਉਚਾਰਨ ਕੀਤਾ, ਮਰਦਾਨਾ ਮਹਿਲਾ ਪਹਿਲਾ। ਮਰਦਾਨਾ ਸ਼ਬਦ ਆਇਆ ਹੈ, ਪਰ ਉਹਦੇ ਅੱਗੇ ਸ਼ਬਦ ਆ ਗਿਆ ਮਹਿਲਾ ਪਹਿਲਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਉਹ 35 ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੰਨਦੇ ਨੇ। ਇਹ ਕੋਈ ਬਹੁਤ ਵੱਡਾ ਵਿਸ਼ਾ ਨਹੀਂ ਹੈ। ਜੇ ਅਸੀਂ ਆਖੀਏ ਵੀ ਭਾਈ ਮਰਦਾਨਾ ਉਹ ਸ਼ਖਸ ਨੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਸਮਾਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ ਗੁਜ਼ਾਰਿਆ, ਜਿਨ੍ਹਾਂ ਬਾਬੇ ਨਾਨਕ ਦੀਆਂ ਨਾ ਉਦਾਸੀਆਂ ਦੇ ਵਿੱਚ ਸਾਰਾ ਪੈਂਡਾ ਬਾਬੇ ਨਾਨਕ ਦੇ ਨਾਲ ਝਾਕਿਆ, ਉਹ ਇੱਕ ਐਸੀ ਸ਼ਖਸੀਅਤ ਨੇ ਜਿਨ੍ਹਾਂ ਦੇ ਬਾਬਤ ਸੱਚ ਵਿੱਚ ਅਸੀਂ ਆਪਣੀ ਸਰਸਨਾ ਤੋਂ ਕੁਝ ਵੀ ਨਹੀਂ ਕਹਿ ਸਕਦੇ। ਸੋ ਖੈਰ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪਾਵਨ ਰਚਨਾ ਦੇ ਅੰਦਰ ਸਾਨੂੰ ਭਾਈ ਮਰਦਾਨੇ ਦਾ ਜ਼ਿਕਰ ਤੇ ਮਿਲਦਾ ਹੈ। ਭਾਈ ਗੁਰਦਾਸ ਜੀ ਦੇ ਬਾਬਤ ਕਹੇ ਹੋਏ ਬਚਨ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਪਰ ਭਾਈ ਬਾਲੇ ਦਾ ਜ਼ਿਕਰ ਨਹੀਂ ਮਿਲਦਾ। ਫਿਰ ਸਵਾਲ ਪੈਦਾ ਹੁੰਦਾ ਵੀ ਭਾਈ ਬਾਲੇ ਨਾਮ ਦਾ ਕਰੈਕਟਰ ਆਇਆ ਕਿੱਥੋਂ? ਇਹ ਕਿਤਾਬ ਜੇ ਕਦੀ ਤੁਹਾਡੇ ਕੋਲ ਸਮਾਂ ਹੋਏ ਤੇ ਜ਼ਰੂਰ ਪੜ੍ਹਿਆ ਜੇ, ਕਿਉਂਕਿ ਸਾਡੀ ਰੁਚੀ ਕਿਤਾਬਾਂ ਪੜ੍ਹਨ ਵਿੱਚ ਰਹੀ ਨਹੀਂ। ਇਸ ਕਰਕੇ ਅਸੀਂ ਜੋ ਸੁਣਨੇ ਆ, ਸਾਡੇ ਵਿੱਚੋਂ ਬਹੁਤੇ ਉਹਨਾਂ ਚੀਜ਼ਾਂ ਨੂੰ ਪ੍ਰਮਾਣਿਕ ਮੰਨ ਲੈਂਦੇ ਹਾਂ। ਜਦੋਂ ਅਸੀਂ ਪ੍ਰੋਫੈਸਰ ਗੰਡਾ ਸਿੰਘ ਜੀ, ਇਤਿਹਾਸ ਵਿੱਚ ਬੜਾ ਵੱਡਾ ਨਾਮਣਾ ਹੈ ਉਹਨਾਂ ਦਾ, ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਭਾਵਾਂ ਕਿ ਇਤਿਹਾਸ ਬੜਾ ਥੋੜਾ ਉਹਨਾਂ ਨੇ ਲਿਖਿਆ, ਪਰ ਉਹਨਾਂ ਜਿੰਨੀਆਂ ਕੁ ਕਿਤਾਬਾਂ ਲਿਖੀਆਂ ਨੇ ਉਹਨਾਂ ਨੇ ਪ੍ਰੈਕਟੀਕਲ ਵੇ ਤੋਂ ਲਿਖੀਆਂ ਨੇ। ਜੇ ਉਹਨਾਂ ਦੇ ਮਨ 'ਚੋਂ ਖਿਆਲ ਆਇਆ ਵੀ ਗੁਰੂ ਨਾਨਕ ਸਾਹਿਬ ਜੀ ਮੱਕੇ ਕਿਵੇਂ ਜਾ ਸਕਦੇ ਨੇ, ਵੀ ਮੱਕਾ ਇੱਕ ਐਸਾ ਜਗ੍ਹਾ ਹੈ, ਉੱਥੇ ਮੁਸਲਮਾਨ ਤੋਂ ਬਿਨਾਂ ਕੋਈ ਦੂਜਾ ਜਾ ਨਹੀਂ ਸਕਦਾ। ਹਾਲਾਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹਦੇ ਪਰਥਾਏ ਵੀ ਇੱਕ ਗਵਾਹੀ ਬਾਣੀ ਵਿੱਚ ਦੇ ਦਿੱਤੀ। ਉਹਨਾਂ ਨੇ ਜਦੋਂ ਬਚਨ ਪੜ੍ਹਦੇ ਆ ਸਾਹਿਬਾਂ ਦੇ ਬਾਬਤ, ਉਹਨਾਂ ਨੇ ਆਖਿਆ ਵੀ ਨੀਲ ਬਸਤਰ ਧਾਰੇ ਬਨਵਾਰੀ। ਸਤਿਗੁਰ ਨੇ ਆਪਣਾ ਭੇਖ ਬਦਲਿਆ, ਜਿਹੜਾ ਭੇਖ ਉਹਨਾਂ ਦਾ ਸੀ
जिवें सतगुरु जी किसी हिंदू स्थान धार्मिक स्थान ते गए, हरिद्वार अंदर गए, जगन्नाथपुरी दे अंदर गए, इन्हां स्थानां ते जदों धन गुरु नानक पातशाह जी गए तो सतगुरां ने जिहो जिहा भेख उन्हां दा सी सतगुरु ने उहो जिहा भेख धारण कीता। क्योंकि साध संगत जी जदों तुसीं किसी नॉन रिलीजन किसी नॉन धर्म के घर विच जांदे हो ते तुसीं उन्हां दे भेख विच उन्हां दी गल करदे हो ते लोग तुहानूं सुणदे बड़े ध्यान नाल ने, तुहाडी गल सुणनगे भी, तुहाडी गल ते तवज्जो भी देणगे, भावां कि हालांकि गल तुसीं अपनी करनी है पर एक भेख दा असर बड़ा हुंदा है। इसे करके धन गुरु नानक पातशाह जी जदों मक्के दे अंदर गए ने, मदीने दे अंदर गए ने ते उत्थे जाके सतगुरु पातशाह जी ने उहो जिहा भेख धारण कीता। ये भाई साहब भाई गुरदास जी की रचना विचों सानूं मिलदा है। फिर जदों इस गल की गवाही प्रोफैसर गंडा सिंह जी जदों असीं उन्हां नूं पढ़दे हां ते उन्होंने इस चीज़ नूं बकायदा आप अपने जीवन विच वो आप उत्थों तक गए ने ते आंदे ना जिथे सिर्फ एक मुसलमान जा सकता है, उन्होंने भी उहो जिहा भेख बनाया। कोई उन्हां दा मित्र सी, मैं उस पासे नहीं जाना चाहता, मेरा मकसद है सिर्फ जिहड़ी बाणी दी पौड़ी भाई गुरदास जी की रागी साहबान पढ़ के गए ने आपां नूं समझ लीए। जदों उस स्थान ते वो जाना सी उन्होंने तो उन्होंने अपने किसी मुसलमान मित्र के नाल राबता किया भी मैं इस तरह तुहाडे स्थान ते जाना चाहना। उन्होंने आख्या भी तू जा तो नहीं सकता। उन्हें कहा तैनूं उहो जिहा भेख बनाना पेगा। भेख बनाया, उतों तक पहुँच भी गए। उन्होंने बड़ी नेड़े तो वो मदीने के अंदर सारा बिरतांत भी वेख्या। पर अचनचेत एक दिन सवेरे वो जपजी साहब की बाणी पढ़ रहे सन, नितनेम कर रहे सन तो किसी मुसलमान ने सुन लिया भी ये तो बंदा किसी होर धर्म का कलाम पढ़ रहा है। चारे पासे गल फैल गई तो प्रोफैसर गंडा सिंह जी ने उत्थों अपनी जान बचा के आना पिया। एक ऑथेंटिक प्रमाण ने साडे कोलों ते प्रोफैसर गंडा सिंह जी ने बड़े प्यारे बचन कहे ने। तुसीं उन्हां दी एक किताब है जरूर पढ़ो, कत्तक के वैसाख। उनके अंदर एक तो उन्होंने इस गल का निर्णय किया भी गुरु नानक साहब जी का प्रकाश कदों होया, अप्रैल महीने विच होया कि नवंबर दे विच होया, भाव कत्तक की विसाखी नूं होया, माफ़ करना कत्तक की पूर्णमासी नूं होया। उन्होंने एक तो इस गल का निर्णय किया और बड़े प्रमाण दिते ने, इस गल ते इतिहासिक गवाहियां दित्तियां ने। फिर दूजा उन्होंने इस गल ते भी बड़ा प्रमाण दिते ने। बहुत उन्होंने 3-4 लैक्चर ऐसे ने उनके विचों पढ़न वाले जिथे उन्होंने गुरु नानक साहब पातशाह जी के नाल भाई मरदाने की गल नूं सिद्ध किया है। उन्होंने आख्या भाई बाले नाम का कोई करैक्टर नहीं सी। ये कित्थों फेमस होया? ये फेमस होया भाई बाले वाली जन्म साखी विचों, जो असीं आम गुरु घरां विच पढ़ने आ। भाई बाले वाली जन्म साखी खैर अपना विषय नहीं कभी सबब बनया, तो इस विषय पर जरूर लम्मा चौड़ी डिबेट्स भी की जा सकती, विचार भी की जा सकती है। पर भाई साहब भाई गुरदास जी के जिहड़े बचन गुरसिख प्यारे पढ़ के गए ने, शिवरात मेला सुन शिवरात दा बाबा अचल वटाले आई। ये बिरतांत जिहड़ा अचल वटाले दा है, ये धन गुरु नानक पातशाह जी का वो बिरतांत है जदों सतगुरु जी ने 4 उदासियां तो बाद करतारपुर शहर वसाया। जिहड़ा करतारपुर तुसीं देखदे हो ना, अज पाकिस्तान के अंदर है। तुसीं अजकल तो मालक की किरपा नाल उहदे खुले दर्शन दीदारे कर रहे हो। वो स्थान जिहड़ा धन गुरु नानक पातशाह जी का, वो स्थान गुरु नानक साहब जी का वसाया होया शहर करतारपुर। और उस शहर सतगुरु ने उनकी नींह सतगुरु ने 4 उदासियां तो बाद रखी। जो 4 उदासियां सतगुरु जी झाक के पूरे संसार का पैंडा, उस तो बाद सतगुरु ने करतारपुर शहर वसाया। इस करतारपुर शहर के अंदर वसद्या सतगुरु नूं कई साल हो गए। तो फिर इत्थों सतगुरु जी शिवरात्रि के मेले ते एक बटाले की धरती ते मेला लगता है। अज भी लोग बड़े जाते हैं जो मेला लगता है शिवरात्रि का। उस मेले के अंदर धन गुरु नानक पातशाह जी शिरकत करते हैं, पहुँचते हैं। जो सतगुरु जी उस मेले के अंदर पहुँचते हैं तो भाई साहब भाई गुरदास जी ने उस सारा चित्रण इन्हां 2 पौड़ियां के अंदर चितरिया। ये 2 पौड़ियां बड़ियां प्यारियां पढ़न वालियां ने। साहब पातशाह जी मेला सुन शिवरात दा बाबा अचल वटाले आई। शिवरात्रि का मेला धन गुरु नानक पातशाह जी ने सुनिया भी उत्थे बड़े हिंदू लोग आते हैं, धर्म की बड़ी आस्था रखने वाले लोग आते हैं। धन गुरु नानक पातशाह जी भी उस स्थान के उपर गए। मेला सुन शिवरात का बाबा भाव धन गुरु नानक साहब जी अचल बटाले आई। गुरु नानक साहब जी बटाले की धरती ते आए। दर्शन देखन कारने सगली उलट पई लोकाई।
ਹੁਣ ਜਦੋਂ ਲੋਕਾਂ ਨੇ ਵੇਖਿਆ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਆਏ ਨੇ, ਇਸ ਗੱਲ ਦਾ ਰੋਲਾ ਬੜੀ ਦੂਰ ਦੂਰ ਤੱਕ ਪੈ ਗਿਆ, ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਸ ਵੇਲੇ ਇੱਕ ਐਸੀ ਸ਼ਖਸੀਅਤ ਬਣ ਚੁੱਕੇ ਸਨ ਕਿ ਲੋਕ ਆਪਣੇ ਵੱਡੇ ਭਾਗ ਸਮਝਦੇ ਸਨ ਵੀ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋ ਜਾਂਦੇ ਸਨ। ਤੇ ਜਿਹੜੇ ਉਸ ਸ਼ਹਿਰ ਦੇ ਵਿੱਚ ਰਹਿਣ ਵਾਲੇ ਲੋਕ ਸਨ, ਉੱਥੋਂ ਦੇ ਨੇੜੇ ਨੇੜੇ ਪਿੰਡਾਂ ਦੇ ਰਹਿਣ ਵਾਲੇ ਲੋਕ ਸਨ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਨਾਨਕ ਪਾਤਸ਼ਾਹ ਜੀ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਸ਼ਖਸੀਅਤ ਐਸੀ ਬਣ ਗਈ ਸੀ ਜਿਹਨੂੰ ਲੋਕ ਕਹਿੰਦੇ ਸਨ ਨਾਨਕ ਸ਼ਾਹ ਫਕੀਰ, ਹਿੰਦੂਆਂ ਦਾ ਗੁਰੂ, ਮੁਸਲਮਾਨਾਂ ਦਾ ਪੀਰ। ਇਹ ਇੱਕ ਕਹਾਵਤ ਬਣ ਗਈ ਸੀ ਉਸ ਵੇਲੇ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਸਰਬ ਲੋਕਾਈ ਨੂੰ, ਸਮੁੱਚੀ ਮਾਨਵਤਾ ਨੂੰ ਇੱਕ ਕਲਾਵੇ ਵਿੱਚ ਲੈ ਕੇ ਚੱਲਣ ਦੀ ਗੱਲ ਕਰਦੇ ਸਨ। ਸੋ ਬੜੇ ਲੋਕ ਅਚਲ ਬਟਾਲੇ ਦੀ ਧਰਤੀ ਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਲਈ ਆਏ। ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ, ਸਾਰੇ ਲੋਕ ਜਿਹੜੇ ਨੇ ਭੱਜ ਕੇ ਬਟਾਲੇ ਦੀ ਧਰਤੀ ਵੱਲ ਆਉਣਾ ਸ਼ੁਰੂ ਹੋ ਗਏ। ਲੱਗੀ ਬਰਸਨ ਲక్ష్ਮੀ, ਹੁਣ ਉੱਥੇ ਬੜੇ ਸਿੱਧ ਬੈਠੇ ਹੁੰਦੇ ਸਨ, ਜੋਗੀ ਬੈਠੇ ਹੁੰਦੇ ਸਨ, ਤੇ ਜੋਗੀ ਜਿਹੜੇ ਸਨ ਉਹ ਵੱਖ-ਵੱਖ ਥਾਵਾਂ ਤੇ ਆਪਣੇ ਆਸਨ ਲਾ ਕੇ ਬੈਠੇ ਹੁੰਦੇ ਸਨ। ਇੱਥੇ ਕਿਸੇ ਜੋਗੀ ਨੇ ਆਸਨ ਲਾਇਆ, ਥੋੜੀ ਦੂਰ ਤੇ ਦੂਜੇ ਜੋਗੀ ਦਾ ਆਸਨ ਹੈ, ਇਸ ਤੋਂ ਥੋੜੀ ਦੂਰ ਤੇ ਤੀਜੇ ਜੋਗੀ ਦਾ ਆਸਨ ਹੈ। ਉਹਨਾਂ ਸਾਰਿਆਂ ਜੋਗੀਆਂ ਨੇ ਆਪਣੇ ਅੱਗੇ ਕੁਝ ਇੱਕ ਲੋਟਾ ਰੱਖਿਆ ਹੁੰਦਾ ਸੀ। ਲੋਕ ਆਉਂਦੇ ਸਨ ਤੇ ਉਹਨਾਂ ਜੋਗੀਆਂ ਦੇ ਪੈਰਾਂ ਵਿੱਚ ਮੱਥਾ ਟੇਕਦੇ ਸਨ, ਨਾਲੇ ਉਹਨਾਂ ਦੇ ਅੱਗੇ ਜੋ ਚੜਾਵਾ ਪੈਸਾ ਰੱਖਦੇ ਸਨ ਲੋਟੇ ਦੇ ਵਿੱਚ ਪਾ ਦਿੰਦੇ ਸਨ। ਜੋਗੀ ਅੱਖ ਬੰਦ ਕਰਕੇ ਸਾਰਿਆਂ ਨੂੰ ਹੱਥ ਨਾਲ ਆਸ਼ੀਰਵਾਦ ਦਿੰਦੇ ਸਨ, ਤੇ ਜੇ ਕਿਸੇ ਨੇ ਕੁਝ ਪੁੱਛਣਾ ਹੁੰਦਾ ਸੀ ਤੇ ਉਹਨਾਂ ਦੀ ਪੁੱਛਣਾ ਪੁੱਛ ਕੇ ਜੋਗੀ ਉਹਦਾ ਜਵਾਬ ਦਿੰਦੇ ਸਨ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਉਸ ਸਥਾਨ ਤੇ ਜਦੋਂ ਪਹੁੰਚੇ, ਦਾਤਾਰ ਪਿਤਾ ਜੀ ਨੇ ਉੱਥੇ ਰਬਾਬ ਛੇੜੀ, ਕੀਰਤਨ ਹੋਇਆ। ਜਦੋਂ ਕੀਰਤਨ ਹੋਇਆ ਤੇ ਜਿਹੜੇ ਲੋਕ ਜੋਗੀਆਂ ਕੋਲੋਂ ਬੈਠਦੇ ਸਨ ਜਾ ਕੇ, ਉਹ ਸਾਰੇ ਲੋਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਆ ਗਏ। ਵੀ ਕਮਾਲ ਦੀ ਗੱਲ ਹੈ, ਇੱਕ ਪਾਸੇ ਉਹ ਲੋਕ ਬੈਠੇ ਸਨ ਜਿਹੜੇ ਸਿਰਫ ਪਖੰਡ ਕਰਦੇ ਸਨ, ਜਿਨ੍ਹਾਂ ਦੇ ਕੋਲੋਂ ਧਰਮ ਨਹੀਂ ਸੀ ਹੈਗਾ, ਜਿਹੜੇ ਸਿਰਫ ਇੱਕ ਦਿਖਾਵਾ ਕਰਦੇ ਸਨ ਲੋਕਾਂ ਦੇ ਅੰਦਰ। ਦੂਜੇ ਪਾਸੇ ਬਾਬੇ ਨਾਨਕ ਨੇ ਰੱਬੀ ਬਾਣੀ ਪੜ੍ਹੀ, ਜਦੋਂ ਸ਼ਬਦ ਗਾਵਿਆ ਰਬਾਬ ਦੇ ਨਾਲ, ਜਿੰਨੇ ਲੋਕ ਸਨ ਸਾਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਏ। ਤੇ ਜਦੋਂ ਲੋਕ ਆਏ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਜਿਹੜੀ ਲక్ష్ਮੀ ਮਾਇਆ ਦਾ ਇੱਕ ਵੱਡਾ ਢੇਰ ਲੱਗ ਗਿਆ। ਲੱਗੀ ਬਰਸਨ ਲక్ష్ਮੀ, ਬਰਸਨ ਦਾ ਮਤਲਬ ਹੈ ਵਰਸਣਾ, ਜਿਵੇਂ ਮੀਂਹ ਪੈਂਦਾ ਹੈ, ਇਸੇ ਤਰ੍ਹਾਂ ਲੱਗੀ ਬਰਸਨ ਲక్ష్ਮੀ, ਰਿੱਧ ਸਿੱਧ ਨੌ ਨਿੱਧ ਸਵਾਈ, ਮਾਨੋ ਜਿਵੇਂ ਰਿੱਧੀਆਂ ਸਿੱਧੀਆਂ ਆ ਗਈਆਂ ਹੋਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ। ਤੇ ਸਾਰੀ ਲੋਕਾਈ ਜਿਹੜੀ ਉੱਥੇ ਮਾਇਆ ਦੇ ਵੱਡਾ ਢੇਰ ਲੱਗ ਗਿਆ। ਇਹ ਜਦੋਂ ਜੋਗੀਆਂ ਨੇ ਵੇਖਿਆ, ਜੋਗੀ ਬੜੇ ਪਰੇਸ਼ਾਨ ਹੋਏ ਵੀ ਕਮਾਲ ਦੀ ਗੱਲ ਹੈ, ਸਾਨੂੰ ਬੈਠਿਆਂ ਨੂੰ ਇੰਨੇ ਸਾਲ ਹੋ ਗਏ ਨੇ ਇੱਥੇ, ਸਾਡੇ ਕੋਲ ਸਾਰਾ ਦਿਨ ਬੈਠਿਆਂ ਚਾਰ ਦਮਰੇ ਨਹੀਂ ਜੁੜਦੇ। ਇੱਕ ਐਸਾ ਇਨਸਾਨ ਹੈ ਵੀ ਜਿੰਦੇ ਕੋਲੋਂ ਇੰਨੇ ਲੋਕ ਆਏ, ਆ ਕੇ ਮੱਥਾ ਟੇਕਦੇ ਤੇ ਮਾਇਆ ਦੇ ਭੰਡਾਰ ਲੱਗ ਗਏ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਸਾਰਾ ਚਲਿੱਤਰ ਜਦੋਂ ਨਾ ਵੇਖਿਆ, ਜੋਗੀ ਦੇਖ ਚਲਿੱਤਰ ਨੂੰ ਮਨ ਵਿੱਚ ਰਿਸਕ ਕਨੇਰੀ ਖਾਈ। ਉਹਨਾਂ ਮਨ ਵਿੱਚ ਬੜੀ ਈਰਖਾ ਕੀਤੀ। ਰਿਸਕ ਦਾ ਮਤਲਬ ਹੁੰਦਾ ਹੈ ਈਰਖਾ। ਉਹਨਾਂ ਦੇ ਮਨ ਵਿੱਚ ਬੜੀ ਈਰਖਾ ਆਈ। ਸੁਭਾਵਕ ਹੈ ਸਾਧ ਸੰਗਤ, ਆਪਾਂ ਇੱਕ ਸੰਸਾਰਿਕ ਨਜ਼ਰੀਏ ਤੋਂ ਵੇਖੀਏ, ਆਪਾਂ ਦੁਕਾਨ ਖੋਲੀ ਹੋਵੇ ਕਿਸੇ ਥਾਂ ਤੇ ਆਪਣੀ ਦੁਕਾਨ ਖੁੱਲੀ ਨੂੰ 10-15 ਸਾਲ ਹੋ ਗਏ ਹੋਣ, ਦੁਕਾਨ ਦੇ ਨਾਲ ਕੋਈ ਨਵਾਂ ਬੰਦਾ ਆਵੇ, ਉਹ ਦੁਕਾਨ ਖੋਲ ਕੇ ਬਹਿ ਜਾਏ ਤੇ ਜਿਹੜੇ ਗ੍ਰਾਹਕ ਆਪਣੇ ਕੋਲ ਆਉਣ ਵਾਲੇ ਨੇ ਉਹ ਸਾਰੇ ਉਧਰ ਚਲੇ ਜਾਣ, ਬੰਦੇ ਦੇ ਮਨ 'ਚ ਈਰਖਾ ਤੇ ਹੁੰਦੀ ਹੈ ਨਾ ਵੀ ਕਮਾਲ ਦੀ ਗੱਲ ਹੈ, ਮੈਂ ਇੰਨਾ ਬੰਦਾ ਪੁਰਾਣਾ, ਇਹ ਜੇ ਕੱਲ ਆਇਆ ਹੈ, ਮੇਰੇ ਨਾਲੋਂ ਜ਼ਿਆਦਾ ਗ੍ਰਾਹਕ ਇਹਦੇ ਕੋਲੋਂ ਜੁੜੇ ਹੁੰਦੇ ਨੇ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ, ਕਿਉਂਕਿ ਬੰਦੇ ਦੀ ਮਾਨਸਿਕਤਾ ਤੇ ਹਰ ਜਗ੍ਹਾ ਤੇ ਇੱਕੋ ਵਰਗੀ ਹੈ ਨਾ, ਭਾਵੇਂ ਉਹ ਧਰਮ ਦੀ ਗੱਲ ਹੋਵੇ, ਭਾਵੇਂ ਸਮਾਜ ਦੀ ਗੱਲ ਹੋਵੇ, ਮਾਨਸਿਕਤਾ ਨੂੰ ਚੇਂਜ ਤੇ ਨਹੀਂ ਕੀਤਾ ਜਾ ਸਕਦਾ, ਉਹਨੂੰ ਤੇ ਤਾਂ ਹੀ ਬਦਲਿਆ ਜਾ ਸਕਦਾ ਜਦੋਂ ਬੰਦਾ ਸੱਚ ਨਾਲ ਜੁੜ ਜਾਏ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਬਤ ਜਦੋਂ ਉਹਨਾਂ ਸਾਰਾ ਕੁਝ ਵੇਖਿਆ, ਉਹਨਾਂ ਦੇ ਮਨ ਵਿੱਚ ਬੜੀ ਈਰਖਾ ਪੈਦਾ ਹੋਈ। ਭਗਤੀਆਂ ਪਾਈ ਭਗਤ ਆਨ, ਲੋਟਾ ਜੋਗੀ ਲਿਆ ਛਪਾਈ। ਭਗਤੀਆਂ ਦਾ ਮਤਲਬ ਜਿਹੜੇ ਰਾਸਧਾਰੀ ਸਨ, ਜਿਹੜੇ ਵੱਖ ਤਰ੍ਹਾਂ ਦੀਆਂ ਰਾਸਾਂ ਕਰਦੇ ਸਨ, ਅੱਖਾਂ ਬੰਦ ਕਰਨੀਆਂ, ਖੋਲ ਲੈਣੀਆਂ, ਕਈ ਤਰ੍ਹਾਂ ਦੀਆਂ ਲੋਕਾਂ ਨੂੰ ਕਰਾਮਾਤਾਂ ਦਿਖਾਣੀਆਂ। ਕਈ ਜੋਗੀ ਐਸੇ ਸਨ ਜਿਹੜੇ ਲੋਕਾਂ ਨੂੰ ਕਰਾਮਾਤਾਂ ਦਿਖਾਉਂਦੇ ਸਨ। ਉਹ ਕੀ ਕਹਿੰਦੇ ਸਨ, ਹੱਥਾਂ ਹੀ ਬਹਿ ਗਏ, ਹਵਾ ਦੇ ਵਿੱਚ ਥੋੜਾ ਜਿਹਾ ਉੱਡਣ ਲੱਗ ਪਏ। ਲੋਕ ਬੜੇ ਪ੍ਰਭਾਵਿਤ ਹੁੰਦੇ ਸਨ ਵੀ ਇਹਨਾਂ ਕੋਲ ਕਰਾਮਾਤਾਂ ਨੇ। ਹੁਣ ਲੋਕ ਇਹਨਾਂ ਕਰਾਮਾਤਾਂ ਨੂੰ, ਕਿਉਂਕਿ ਸੁਭਾਵਕ ਹੈ ਸਾਧ ਸੰਗਤ, ਸਾਡੇ ਸਾਹਮਣੇ ਕੋਈ ਐਸਾ ਬੰਦਾ ਆ ਜਾਏ, ਅਸੀਂ ਤੇ ਦੁਨੀਆ ਦੇ ਅੰਦਰ ਆ ਕੋਈ ਮੈਜੀਸ਼ੀਅਨ ਹੋਵੇ ਨਾ, ਹਾਲਾਂਕਿ ਭਾਵੇਂ ਉਹ ਸਾਡੀਆਂ, ਉਹ ਸਾਰਾ ਜਿੰਨਾ ਕੁਝ ਕਰਦਾ ਉਹ ਸਿਰਫ ਸਾਡੀਆਂ ਅੱਖਾਂ ਦਾ ਭਰਮ ਹੁੰਦਾ ਹੈ,
पर किन्ने प्रभावित होने असीं उहनूं वेख के। हुण जोगियां कोलों रिद्धियां सिद्धियां ने, वो हवा दे विच जदों उड़दे ने लोग बड़े प्रभावित होंदे ने, बड़े पहुंचे हुए लोग ने, लोग उन्हां दे चरनां विच मत्थे टेकदे ने। धन गुरु नानक पातशाह जी दे कोलों जिन्ने भी ये भगतीए सन, रासधारीए सन, इन्हां सारे धन गुरु नानक पातशाह जी दे कोलों आ गए इकट्ठे होके। भी जिवें हुण कोई बंदा वखरा बैठा होवे ते इकट्ठे होके गुरु नानक साहब जिथे बैठे सन, सतगुरु जी बाणी पढ़ रहे ने, ये उत्थे आए, लोटा जोगी लिया छपाई। जिहड़ा अगे धन गुरु नानक साहब जी दे बर्तन पिया सी, भांडा पिया सी, जदों माया नाल भर गया ते इन्हां जोगियां ने वो जिहड़ा लोटा सी वो धन गुरु नानक पातशाह जी दे अगों चुक के लुका दिता। भी वेखने भी एक किड्डा वड्डा साध है, भगत है। पातशाह जी भगतियां गई भगत भुल, उन्हां रासधारियां नूं, उन्हां जोगियां नूं अपनी भगती भुल गई। उन्होंने ये भुल गया भी असीं बैठे थे इत्थे धर्म कमाण वास्ते हाँ, सानू माया नाल। हुण सच विच जोगियां नूं माया नाल की मतलब? जिन्हां ने घर दी घाट नहीं, जिन्हां जंगलां दे विच निवास करना, जिन्हां कंध मूल खाना, उन्हां नूं माया नाल की मतलब है? माया दा ते जरूरत एक संसारिक बंदे नूं है ना, जिन्हें संसार दे कार विहार करने ने। हुण जोगी बंदे नूं माया दी की जरूरत? पर सच ये है भी माया दा प्रभाव ऐसा पिया उन्हां दे मन ते, एक तो लोटा लुका लिया, ते दूजा धन गुरु नानक पातशाह जी दे भगती नूं वेख के उन्हां नूं अपनी भगती भुल गई भी असीं इत्थे भगती करन वास्ते बैठे हाँ, असीं इस स्थान ते उस परमात्मा दी बंदगी करन लई बैठे हाँ। उन्हां नूं अपनी भगती भुल ही गई। भगतियां गई भगत भुल, लोटे अंदर सुरत भुलाई। उन्हां दी जिहड़ी सुरत सी वो माया दे अंदर चली गई, भुल गए उन्हां नूं भी असीं ते भगती करन वास्ते बैठे हाँ। उन्हां दी सुरत हुण माया दे विच, उस माया दे विच जिहड़ी माया धन गुरु नानक साहब जी दे अगे इकट्ठी होई, वो लोटा भी उन्हां लुका लिया। पर लुकाए हुए लोटे वाल भी हुण सारिआं दा आपो अपना ध्यान है। लुका ते लिया पर हुण मन विच भरम इह बन गया भी किते ऐसा ना होवे लुकाए हुए लोटे नूं कोई दूजा जोगी ना चुक के लै जाए। हुण ध्यान फिर माया विच है, लोटा भी लुका लिया है पर ध्यान फिर सुरत फिर माया विच लुकी हुई है। धन गुरु नानक पातशाह जी बाबा जानी जान पुरख, धन गुरु नानक पातशाह जी जिहड़े जोगियां दे सारे परपंच नूं जाणदे ने, क्योंकि धन गुरु नानक पातशाह जी ने धर्म के नाम ते उन्हां लोकां दे पखंड नूं बड़ा उगाड़िया है जिन्हां ने धर्म नूं सिर्फ भरम बना के संसार दे अगे पेश किया। साध संगत, धर्म बड़ी पवित्र चीज़ है, जे सच नूं समझ लईए तां, नहीं तो धर्म नूं भरम बना के जीवन विच रखांगे तो सारी जिंदगी हनेरे विच रवांगे और सच विच भरम ही साडे जीवन दे जन्म मरण दा गेड़ बन जाएगा। जे धर्म नूं समझ लवांगे तो धर्म बड़ी पवित्र चीज़ है। हुण धन गुरु नानक पातशाह जी बाबा जानी जान पुरख, धन गुरु नानक पातशाह जी जानी जान ने सतगुरु पातशाह जी जोगियां दी मानसिकता तो प्रभावित वेख चुके ने। जदों पातशाह जी सुमेर पर्वत ते गए, दूजी उदासी धन गुरु नानक पातशाह जी दी, ते सतगुरु जी जदों सुमेर पर्वत ते गए सन, उत्थे जदों जोगियां ने धन गुरु नानक पातशाह जी नूं वेखिया, उन्हां बड़े तरह के प्रभाव पाए अपने। हवा भी चुडे, उन्होंने अपना पेख बदलिया भी ये बंदा साडे वास विच आ जाए। जदों सारा जोर ला लिया उन्होंने, उन्हां दी कोई पेश ना गई। फिर मुड़ के उन्होंने एक चरित्र होर खेडिया उत्थे। धन गुरु नानक पातशाह जी ने एक लोटा दे दिता ते बाबे नानक नूं आख्या भी जाओ नानक जी, आ थोड़ी दूर ते एक पानी का सरोवर है, उत्थों पानी का लोटा भर के लियाओ। बाबा नानक जी उन्हां दी मानसिकता तो भली भात जानू ने भी इन्हां बंदियां दी सोच की है। धन गुरु नानक पातशाह जी उस पानी नूं लोटे नूं लैके पानी तक गए, वेख्या भी उत्थे ते पानी है नहीं। वो सरोवर सारा हीरियां दे नाल, मोतियां दे नाल, कीमती जवाहरातां दे नाल भरिया पिया। बाबा नानक जी लोटा लैके खाली आ गए। खाली लोटा वेख के जोगी पुछदे ने, नानक जी पानी नहीं लैके आए? धन गुरु नानक साहब जी कहंदे, पानी ठौर नहीं उस ताला, असीं उस ताल ते गए जरूर पर उत्थे ते पानी है नहीं। ते जोगी अगों कहंदे ने, नानक जी जे पानी नहीं ते तलाब खाली सी? कहंदे नहीं, तलाब विच कुछ होर सी, ते जो कुछ सी तुसीं ओह क्यों नहीं लैके आए? धन गुरु नानक पातशाह जी कहन लगे, मैं पानी लैन गया सां, मैं वो नहीं सा लैन गया जिहड़ा उत्थे सी, तुसीं मैनूं भेजिया सी भी पानी लैके आओ, पानी ते मैनूं उत्थे मिलिया ही नहीं। धन गुरु नानक साहब जी की शब्दावली ने, शब्दां ने ऐसा असर किया उन्हां जोगियां ते, वो सारे धन गुरु नानक साहब जी के चरणों में डिग पे। शब्द जिती
सिद्ध मंडली। बाबे नानक ने अपने शब्द के नाल उस सिद्धां की मंडली नूं जित लिया, उन्होंने सतगुरां ने उन्हां ते अपना प्रभाव कायम किया। हुण इधर सतगुरु जी बड़े भली भांत जानते हैं भी इन्हां दी मानसिकता की है। धन गुरु नानक पातशाह जी बाबा जानी जान पुरख कढ़िया लोटा कहाँ लुकाए। बाबे नानक ने लोटा कढ़ लिया, वो कहन लगे भी जे तुसीं इन्ने जानी जानो तो जाके दिखाओ भी लोटा कित्थे है, भी तुसीं बाणी पढ़ रहे हो, लोग तुहाडे चरनां विच आ रहे ने, तुहानूं परमात्मा का रूप कह रहे ने, तुसीं रब हो, तो जे तुसीं इन्ने जानी जानो। धन गुरु नानक पातशाह जी नूं कहंदे ने तुसीं आप जाओ तो लोटा लभ के लियाओ। धन गुरु नानक पातशाह जी उस लोटे नूं लभ जिथे उन्हां रखिया सी, धन गुरु नानक साहिब जी ने इशारा किया, वो लोटा लियांदा गया। वेख चरित्र जोगी खुनसाई, जिहड़े जोगी सी वो सारा चरित्र वेख के बड़ी ईर्खा करते हैं। हुण जदों ईर्खा की खाधी खुणस जोगीशरा गोश्त करन सबे उठे, सारे इकट्ठे होकर बाबे नानक कोल आ गए। कहंदे तुसीं साडे नाल चर्चा करो, असीं तुहाडे नाल विचार चर्चा करना चाहते हैं। हुण जिस बंदे ते प्रभाव पाना हो, क्योंकि जोगियां दे मन चों भरम सी भी असीं बड़े गुणी ज्ञानी हाँ, ये तो संसारी बंदा है। क्योंकि धन गुरु नानक पातशाह जी जो करतारपुर शहर वसिया सतगुर ने, वो पहला भेख ला के सतगुर ने संसारी कपड़े पा ले, जिहो जे आम बंदे असी कपड़े पाने संसार के लोग, इहो जे कपड़े बाबे नानक ने पा ले। जो खेतीबाड़ी करन जाना उदों हो जे कपड़े पा लेने, जो संगत विच बहना उदों हो जे कपड़े पा लेने। बाबे नानक का भेख पहरावा ये बन गया। उन्होंने जोगियां ने धन गुरु नानक साहब जी नाल गोश्त करन दे लई सारे इकट्ठे हो गए। पुछे जोगी भंगरनाथ तुह दुध विच क्यों कांजी पाई। उन्हां दा जिहड़ा वड्डा सी भंगरनाथ, वो बाबे नानक नूं कहंदा नानक जी तू ते दुध विच कांजी पा दित्ती है, क्यों? क्योंकि नानक जी तुसी जिहड़ा संसारी कपड़े ला के जोगी जिहड़ा पहरावा सी धर्म दा उदासियां दा ला के तुसी संसारी कपड़े पा लेने। भी जदों पहलों इन्हां दी मुलाकात हुई बाबे नानक नाल, उदों गुरु नानक साहिब जी का लिबास कुछ होर सी, अज गुरु नानक साहिब जी का लिबास संसारियां वाला है। तो गुरु नानक साहिब जी नूं कहंदे ने भी पहर जोगी पुछे भंगरनाथ तू दुध विच क्यों कांजी पाई। नानक जी तुसी ते दुध विच कांजी पा दित्ती है। ध्यान देना, हुण दुध विच कांजी पै जाए दुध फट जाता है, वो किसी काम का नहीं रहिंदा। पातशाह कहंदे ने फिटिया झाटा दुध का रिड़किया मक्खन हथ ना आई। जोगी कहंदे तुहाडा जिहड़ा धर्म कर्म सी सारा खत्म हो गया, तुहाडा धर्म कर्म खत्म हो गया है, तुसी संसारियां वाले कपड़े पा के बह गए हो। तुहाडी ते हालत ऐसी बन गई है भी जिवें दुध दा चाटी भरी होवे उहदे विच कांजी दी बूंद पै जाए, ते वो जिहड़ी कांजी दी पई हुई बूंद है धन गुरु नानक पातशाह जी नूं कहंदे ने सारे दुध नूं खराब कर देंदी है। मुड़ के दुध नूं उबालिया जाए ते उहदे विचों मक्खन नहीं मिलेगा। तुसी ते संसारियां वाले कपड़े पा के अपना धर्म कर्म सारा भ्रिष्ट कर लिया। ते बाबे नानक नूं कहंदे भेख उतार उदास दा वत क्यों संसारी रीत चलाई। तुसी उदासियां वाला भेख क्यों ला दिता है, क्यों संसारियां वाली रीत विच पै गए हो। ते बाबा नानक कहंदे नानक आखे भंगरनाथ तेरी माओ कुचजी। माओ का मतलब इत्थे मां नहीं है, माओ का मतलब है मत। हे जोगी भंगरनाथ तेरी जिहड़ी मत है कुचजी, कुचजी का मतलब है भैड़ी मत। तू अपनी मत नाल कुछ सोच, अपनी मत नाल कुछ वेख भी मैं ये सारा कुछ क्यों किया है, तेनू अजे भी समझ नहीं आई। धन गुरु नानक पातशाह जी जोगी भंगरनाथ नूं कहंदे ने भांडा धोए ना जातिउन भाए कुचजे फुल सड़ाई। बाबा नानक जी कहंदे ने जे भांडा ना धोईए ना, जे भांडा ना धोता होवे, भांडा साफ ना होवे, उहदे विच पई हुई वस्तु खराब हो जाती है। ध्यान देना, भांडा भावें किन्ना भी बाहरों लिशकदा होवे, जे भांडे दे अंदर मैल है गंदा है अंदरों, उनके अंदर जिन्नी मर्जी कीमती चीज़ पाओ खराब हो जाएगी। बाबा नानक जी कहन लगे सच विच जोगी जी तुसी बाहरों ते लोकां नूं भेख दिखा रहे हो, पर तुहाडा अंदर जिहड़ा है वो विकारां दे नाल मंद कर्मां दे नाल कुचजी मत दे नाल वो मैला होया पिया है। हुण इहदे अंदर कुछ टिकदा टिकेगा नहीं। सतगुरु गुरु नानक पातशाह कहन लगे होए अतीत गृहस्थ तज। पातशाह कहंदे ने गुरु नानक साहिब जी नूं कहंदे ने होए अतीत गृहस्थ तज फिर उन्हों के घर मंगन जाए। बाबा नानक कहंदे ने जोगी जी तुसी अतीत हो गए, घर काट छड़ दिता, पर जदों तुहानूं भुख लगदी है तो की करदे हो। कहंदे जी असीं गृहस्थियां दे घरों जाके मंगने आ। अलख गुजारदे ने ना जोगी, किसी दे घर अगे जाके अलख निरंजन। बाबा जी कहंदे ने जदों भुख लगदी की करदे हो। कहंदे जी गृहस्थियां दे घरों मंगने आ। ते गुरु नानक पातशाह कहन लगे जिन्हां गृहस्थियां दे घरों मंग के खांदे उन्हां नूं माड़ा क्यों आखदे हो।
ਗ੍ਰਸਤੀ ਤੇ ਤੁਹਾਡੇ ਤੋਂ ਉੱਚੇ ਹੋਏ ਨਾ, ਫਿਰ ਤੁਸੀਂ ਗ੍ਰਸਤੀਆਂ ਨਾਲ ਉੱਚੇ ਤੇ ਨਹੀਂ ਹੋਏ। ਤੁਸੀਂ ਤੇ ਧਰਮ ਕਮਾਣਾ ਸੀ, ਉਹ ਵੀ ਮਾਇਆ ਦੇ ਵਿੱਚ ਤੁਸੀਂ ਆਪਣੀ ਸੁਰਤ ਭੁਲਾ ਲਈ। ਤੇ ਜੇ ਗੱਲ ਕਰੀਏ ਵੀ ਧਰਮ ਦੀ, ਉਹ ਤੁਹਾਡੇ ਕੋਲ ਹੈ ਨਹੀਂ, ਗ੍ਰਸਤ ਤੁਸੀਂ ਨਿਵਰਤ ਹੋ ਗਏ ਹੋ। ਪਾਤਸ਼ਾਹ ਕਹਿਣ ਲੱਗੇ ਫਿਰ ਤੁਹਾਡੇ ਨਾਲੋਂ ਚੰਗੇ ਤੇ ਗ੍ਰਸਤੀ ਨੇ। ਫਿਰ ਉਹਨੂੰ ਕੇ ਕਰ ਮੰਗਣ ਜਾਏ, ਬਿਨ ਦਿੱਤੇ ਕਿਛ ਹੱਥ ਨਾ ਆਈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਜੋਗੀਆਂ ਨੂੰ ਦੇਖੋ, ਬਿਨਾਂ ਦਿੱਤਿਆਂ ਕੁਝ ਮਿਲਦਾ ਨਹੀਂ। ਜੇ ਕੁਝ ਲੈਣ ਦੀ ਇੱਛਾ ਹੈ ਤੇ ਕੁਝ ਦੇਣ ਦਾ ਵੀ ਮਨ ਵਿੱਚ ਭਾਵ ਰੱਖੋ। ਜੇ ਕੁਝ ਲੈਣ ਦੀ ਇੱਛਾ ਹੈ ਤੇ ਕੁਝ ਦੇਣ ਦਾ ਵੀ ਖਿਆਲ ਹੋਣਾ ਚਾਹੀਦਾ ਹੈ। ਜੇ ਚਾਹੁੰਦੇ ਹੋ ਤੁਹਾਡੇ ਭਾਂਡੇ ਹਿਰਦੇ ਸਵਰ ਜਾਣ ਤੇ ਫਿਰ ਲੋਕਾਈ ਨੂੰ ਗਿਆਨ ਦੀ ਦਾਤ ਵੰਡੋ, ਲੋਕਾਂ ਨੂੰ ਗਿਆਨ ਨਾਲ ਜੋੜੋ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਐਸਾ ਪ੍ਰਭਾਵ ਸੀ ਇਹਨਾਂ ਜੋਗੀਆਂ ਤੇ ਕਿ ਅਚਲ ਬਟਾਲੇ ਦੀ ਧਰਤੀ ਤੇ ਸਾਰੇ ਜੋਗੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਆਪਣਾ ਸਿਰ ਝੁਕਾਇਆ, ਨਮਸਕਾਰ ਕੀਤੀ ਸਤਿਗੁਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ। ਐਸੇ ਮੇਰੇ ਸਤਿਗੁਰ ਜੀ ਜਿਨ੍ਹਾਂ ਦਾ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਪੁਰਬ ਮਨਾ ਰਹੇ ਹੋ, ਸਤਿਗੁਰਾਂ ਦੇ ਜੀਵਨ